सत श्री अकाल जी। एक वार दी गल है, एक आदमी ते उसकी धी बड़े प्यार नाल रहिंदे सन। कुछ समय बाद आदमी ने अपनी धी नूं मां दा प्यार देण लई एक अजिही औरत नाल दोबारा विआह करवा लिया जिस दी अपनी पहले विआह तो एक धी सी। ਉਹ औरत अपनी धी नूं बहुत प्यार करदी ते उस दियां तारीफां करदी नहीं थकदी, पर मतरेई धी नूं ਉਹ नफरत करदी। ਉਹ सारा दिन उस नूं कोई ना कोई काम लाई रखदी ਅਤੇ ਉਸ ਦੇ ਹਰ ਕੰਮ ਵਿੱਚ ਨੁਕਸ ਕੱਢਦੀ। ਇੱਕ ਦਿਨ ਉਸ ਔਰਤ ਨੇ ਆਪਣੀ ਮਤਰੇਈ ਧੀ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਦਾ ਮਨ ਬਣਾ ਲਿਆ। ਉਸ ਨੇ ਆਪਣੇ ਪਤੀ ਨੂੰ ਹੁਕਮ ਸੁਣਾ ਦਿੱਤਾ, ਇਸ ਨੂੰ ਕਿਤੇ ਲੈ ਜਾ ਜਿੱਥੇ ਇਹ ਮੈਨੂੰ ਨਾ ਦਿਸੇ ਤੇ ਨਾ ਹੀ ਇਸ ਦੀ ਕੋਈ ਆਵਾਜ਼ ਸੁਣੇ। ਇਹਨੂੰ ਕਿਸੇ ਰਿਸ਼ਤੇਦਾਰ ਦੇ ਘਰ ਨਹੀਂ ਛੱਡ ਕੇ ਆਉਣਾ, ਇੰਜ ਕਰ ਇਸ ਨੂੰ ਜੰਗਲ ਵਿੱਚ ਛੱਡ ਆ। ਆਦਮੀ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਤੇ ਉਹ ਰੋਣ ਲੱਗ ਪਿਆ। ਉਹ ਜਾਣਦਾ ਸੀ ਕਿ ਜੰਗਲ ਵਿੱਚ ਹੱਡ ਚੀਰਵੀਂ ਠੰਡ ਆ ਤੇ ਬਰਫ਼ ਪੈ ਰਹੀ ਆ, ਪਰ ਉਹ ਇਹ ਵੀ ਜਾਣਦਾ ਸੀ ਕਿ ਇੱਥੇ ਮੇਰੀ ਪਤਨੀ ਦੀ ਹੀ ਚੱਲਣੀ ਆ ਤੇ ਮੇਰੇ ਹੱਥ ਵੱਸ ਕੁਝ ਨਹੀਂ। ਉਸ ਨੇ ਆਪਣੀ ਧੀ ਨੂੰ ਜੰਗਲ ਵਿੱਚ ਲਿਜਾ ਕੇ ਛੱਡ ਦਿੱਤਾ ਅਤੇ ਆਪ ਤੇਜ਼ੀ ਨਾਲ ਮੁੜ ਪਿਆ ਤਾਂ ਜੋ ਉਹ ਉਸ ਨੂੰ ਜੰਮਦੀ ਨੂੰ ਨਾ ਦੇਖ ਸਕੇ। ਬਰਫ਼ ਪੈਣ ਕਾਰਨ ਜੰਗਲ 'ਚ ਬੈਠੀ ਲੜਕੀ ਨੂੰ ਕਾਂਬਾ ਛਿੜਿਆ ਹੋਇਆ ਸੀ ਅਤੇ ਉਸ ਦੇ ਦੰਦ ਵੱਜ ਰਹੇ ਸਨ। ਕੱਕਰ ਪਿਤਾ ਮਰੋਜੋਕੋ ਦਰਖਤਾਂ ਉੱਪਰ ਦੀ ਛਾਲਾਂ ਮਾਰਦਾ ਹੋਇਆ ਉਸ ਦੇ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ, ਪਿਆਰੀ ਬੱਚੀ, ਤੈਨੂੰ ਠੰਡ ਤਾਂ ਨਹੀਂ ਲੱਗਦੀ? ਸਤਿਕਾਰਯੋਗ ਮਰੋਜੋਕੋ, ਮੈਂ ਬਿਲਕੁਲ ਠੀਕ ਹਾਂ। ਭਾਵੇਂ ਉਹ ਠੰਡ ਨਾਲ ਜਕੜੀ ਪਈ ਸੀ, ਪਰ ਉਸ ਨੇ ਫਿਰ ਵੀ ਇਹ ਕਿਹਾ। ਮਰੋਜੋਕੋ ਨੂੰ ਉਸ ਦੇ ਸਬਰ ਤੇ ਹਲੀਮੀ ਕਰਕੇ ਉਸ ਤੇ ਤਰਸ ਆ ਗਿਆ ਅਤੇ ਉਸ ਨੇ ਉਸ ਨੂੰ ਫਰ ਵਾਲਾ ਕੋਟ ਅਤੇ ਨਰਮ ਰਜਾਈਆਂ ਦਿੱਤੀਆਂ। ਫਿਰ ਉਹ ਅੱਗੇ ਚਲਾ ਗਿਆ, ਪਰ ਥੋੜ੍ਹੀ ਦੇਰ ਮਗਰੋਂ ਉਹ ਫਿਰ ਉੱਥੇ ਆ ਗਿਆ ਅਤੇ ਉਸ ਨੂੰ ਕਹਿਣ ਲੱਗਿਆ, ਪਿਆਰੀ ਬੱਚੀ, ਹੁਣ ਤੈਨੂੰ ਨਿੱਘ ਆ ਗਿਆ। ਸਤਿਕਾਰਯੋਗ ਮਰੋਜੋਕੋ, ਹੁਣ ਮੈਨੂੰ ਪੂਰਾ ਨਿੱਘ ਆ ਗਿਆ ਏ, ਲੜਕੀ ਨੇ ਆਖਿਆ। ਮਰੋਜੋਕੋ ਉਸ ਦੇ ਬੈਠਣ ਲਈ ਵੱਡਾ ਬਕਸਾ ਲੈ ਆਇਆ। ਕੁਝ ਦੇਰ ਬਾਅਦ ਉਸ ਨੇ ਫਿਰ ਉਸ ਨੂੰ ਆ ਕੇ ਪੁੱਛਿਆ ਕਿ ਉਹ ਕਿਵੇਂ ਹੈ ਮਹਿਸੂਸ ਕਰ ਰਹੀ ਹੈ। ਹੁਣ ਉਹ ਬਿਲਕੁਲ ਠੀਕ ਸੀ। ਮਰੋਜੋਕੋ ਨੇ ਉਸ ਨੂੰ ਪਹਿਨਣ ਲਈ ਸੋਨੇ ਚਾਂਦੀ ਦੇ ਗਹਿਣੇ ਦਿੱਤੇ ਅਤੇ ਉਸ ਦਾ ਬਕਸਾ ਵੀ ਹੀਰਿਆਂ ਜਵਾਹਰਾਤ ਨਾਲ ਭਰ ਦਿੱਤਾ। ਇਸ ਦੌਰਾਨ ਲੜਕੀ ਦੀ ਮਤਰੇਈ ਮਾਂ ਨੇ ਆਪਣੇ ਪਤੀ ਨੂੰ ਆਖਿਆ ਕਿ ਉਹ ਜੰਗਲ ਵਿੱਚੋਂ ਆਪਣੀ ਧੀ ਦੀ ਲਾਸ਼ ਲੈ ਆਵੇ। ਜਦੋਂ ਆਦਮੀ ਉਸ ਥਾਂ 'ਤੇ ਪਹੁੰਚਿਆ ਜਿੱਥੇ ਉਸ ਨੇ ਛੱਡ ਕੇ ਗਿਆ ਸੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਦੀ ਧੀ ਫਰ ਵਾਲੇ ਕੋਟ ਵਿੱਚ ਲਿਪਟੀ ਸੋਨੇ ਤੇ ਚਾਂਦੀ ਦੇ ਗਹਿਣਿਆਂ ਨਾਲ ਸਜੀ ਬੈਠੀ ਸੀ। ਜਦੋਂ ਉਹ ਆਪਣੀ ਧੀ ਅਤੇ ਹੀਰਿਆਂ ਜਵਾਹਰਾਤਾਂ ਨਾਲ ਭਰੇ ਬਕਸੇ ਨਾਲ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਹੈਰਾਨ ਹੋ ਗਈ ਤੇ ਉਸ ਦੇ ਮਨ 'ਚ ਲਾਲਚ ਆ ਗਿਆ। ਉਸ ਨੇ ਆਦਮੀ ਨੂੰ ਕਿਹਾ ਕਿ ਘੋੜਾ ਗੱਡੀ ਲੈ ਜਾ ਅਤੇ ਮੇਰੀ ਧੀ ਨੂੰ ਵੀ ਜੰਗਲ ਵਿੱਚ ਉੱਥੇ ਛੱਡ ਕੇ ਆ। ਆਦਮੀ ਨੇ ਉਵੇਂ ਹੀ ਕੀਤਾ ਅਤੇ ਔਰਤ ਦੀ ਅਸਲੀ ਧੀ ਨੂੰ ਜੰਗਲ ਵਿੱਚ ਛੱਡ ਆਇਆ। ਔਰਤ ਦੀ ਧੀ ਠੰਡ ਨਾਲ ਕੰਬਣ ਲੱਗੀ ਤਾਂ ਕੁਝ ਦੇਰ ਬਾਅਦ ਉੱਥੇ ਮਰੋਜੋਕੋ ਆ ਗਿਆ ਅਤੇ ਉਸ ਨੂੰ ਪੁੱਛਣ ਲੱਗਿਆ, ਪਿਆਰੀ ਬੱਚੀ, ਕੀ ਤੈਨੂੰ ਠੰਡ ਲੱਗ ਰਹੀ ਹੈ? ਤੂੰ ਅੰਨਾ ਆ, ਤੈਨੂੰ ਦਿਸਦਾ ਨਹੀਂ? ਮੇਰੇ ਹੱਥ ਪੈਰ ਸੁੰਨ ਹੋਏ ਪਏ ਨੇ, ਤੇਰਾ ਬੇੜਾ ਬਹਿ ਜੇ ਬੁੱਢੇ ਆਦਮੀ, ਉਸ ਨੇ ਜਵਾਬ ਦਿੱਤਾ। ਅਗਲੇ ਦਿਨ ਔਰਤ ਨੇ ਆਪਣੇ ਪਤੀ ਨੂੰ ਪਹੂ ਫਟਾਲੇ ਵੇਲੇ ਹੀ ਜਗਾ ਦਿੱਤਾ ਅਤੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਆਖਦਿਆਂ ਬੋਲੀ, ਹੀਰਿਆਂ ਜਵਾਹਰਾਤਾਂ ਵਾਲਾ ਬਕਸਾ ਧਿਆਨ ਨਾਲ ਲਿਆਈ। ਆਦਮੀ ਉਸ ਦਾ ਹੁਕਮ ਮੰਨ ਕੇ ਆਪਣੀ ਦੂਜੀ ਧੀ ਨੂੰ ਲੈਣ ਚਲਾ ਗਿਆ। ਕੁਝ ਦੇਰ ਬਾਅਦ ਦਰਵਾਜ਼ੇ 'ਚ ਚੀਂ-ਚੀਂ ਦੀ ਆਵਾਜ਼ ਹੋਈ ਤਾਂ ਔਰਤ ਭੱਜ ਕੇ ਬਾਹਰ ਆਈ। ਉਸ ਨੇ ਆਪਣੀ ਪਤੀ ਨੂੰ ਘੋੜਾ ਗੱਡੀ ਕੋਲ ਖੜੇ ਵੇਖਿਆ। ਉਹ ਤੇਜ਼ੀ ਨਾਲ ਅੱਗੇ ਵਧੀ ਅਤੇ ਉਸ ਨੇ ਘੋੜਾ ਗੱਡੀ ਉੱਪਰੋਂ ਕੱਪੜਾ ਲਾਹ ਦਿੱਤਾ। ਜਦੋਂ ਉਸ ਨੂੰ ਆਪਣੀ ਧੀ, ਜਿਸ ਨੂੰ ਕ੍ਰੋਧੀ ਮਰੋਜੋਕੋ ਨੇ ਜਮਾ ਦਿੱਤਾ ਸੀ, ਦੀ ਲਾਸ਼ ਦਿਸੀ ਤਾਂ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਹ ਉੱਚੀ ਉੱਚੀ ਚੀਕਾਂ ਮਾਰਨ ਅਤੇ ਆਪਣੇ ਪਤੀ ਨੂੰ ਗਾਲਾਂ ਕੱਢਣ ਲੱਗ ਪਈ, ਪਰ ਸਭ ਵਿਅਰਥ ਸੀ। ਔਰਤ ਨੇ ਲਾਲਚ ਵਿੱਚ ਆ ਕੇ ਆਪਣੀ ਧੀ ਨੂੰ ਖੋਹ ਲਿਆ ਸੀ। ਕੁਝ ਸਮੇਂ ਬਾਅਦ ਆਦਮੀ ਦੀ ਧੀ ਦਾ ਵਿਆਹ ਹੋ ਗਿਆ ਅਤੇ ਉਸ ਦੇ ਬੱਚੇ ਹੋ ਗਏ। ਉਹ ਸਾਰੇ ਖੁਸ਼ ਰਹਿੰਦੇ ਸਨ। ਆਦਮੀ ਹੁਣ ਕਾਫੀ ਬੁੱਢਾ ਹੋ ਚੁੱਕਿਆ ਸੀ, ਪਰ ਕਦੇ-ਕਦੇ ਆਪਣੇ ਦੋਤੀਆਂ ਨੂੰ ਮਿਲਣ ਚਲਾ ਜਾਂਦਾ ਅਤੇ ਉਹਨਾਂ ਨੂੰ ਹਮੇਸ਼ਾ ਕੱਕਰ ਪਿਤਾ ਦਾ ਸਤਿਕਾਰ ਕਰਨ ਦੀ ਨਸੀਹਤ ਦਿੰਦਾ। ਤੇ ਦੋਸਤੋ, ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਮਿਲਦੇ ਹਾਂ ਇੱਕ ਐਸੀ ਹੀ ਸਟੋਰੀ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।